Hello everyone. So last time ਆਪਾਂ ਕੀਤਾ ਸੀ what is gantry girder, gantry girders ਕੀ ਹੁੰਦੇ ਨੇ, gantry girder use ਕਿੱਥੇ ਹੁੰਦੇ ਨੇ, mills, industrial buildings, workshops, factories, ਕਿੰਨੇ ਤਰੀਕੇ ਦੇ gantry girders ਹੁੰਦੇ ਨੇ। ਬੇਸਿਕਲੀ ਕ੍ਰੇਨ ਦੇ ਉੱਤੇ ਡਿਪੈਂਡ ਕਰਦਾ ਕਿ ਦੋ ਤਰੀਕੇ ਦੇ ਹੁੰਦੇ ਨੇ। one is called manually operated MOT cranes, ਦੂਸਰਾ ਹੁੰਦਾ EOT cranes, electrically operated overhead traveling crane। हैंड ऑपरेटेड 50 किलो न्यूटन तक ਦੇ ਲੋਡ ਤੱਕ ਦੇ ਲਈ ਯੂਜ਼ ਕੀਤੀ ਜਾਂਦੀਆਂ ਨੇ, ਤੇ ਜਦੋਂ ਜ਼ਿਆਦਾ ਲੋਡ ਚਕਵਾਉਣਾ ਹੋਵੇ ਇਲੈਕਟ੍ਰੀਕਲੀ ਆਪਰੇਟਡ ਕ੍ਰੇਨਸ ਯੂਜ਼ ਕੀਤੀਆਂ ਜਾਂਦੀਆਂ ਅਪ ਟੂ ਅ ਲੋਡ ਆਫ 3000 ਕਿਲੋ ਨਿਊਟਨਸ। ਉਸ ਤੋਂ ਬਾਅਦ ਅਸੀਂ ਕੀਤਾ ਸੀ ਕਿ ਗੈਂਟਰੀ ਗਰਡਰ ਦੇ ਆਸੇ-ਪਾਸੇ ਪੂਰਾ ਕ੍ਰੇਨ ਰਨਵੇ ਸਿਸਟਮ ਦੇ ਕੰਪੋਨੈਂਟਸ ਕੀ ਹੁੰਦੇ ਨੇ, ਵਾਟ ਆਰ ਦਾ ਡਿਫਰੈਂਟ ਕੰਪੋਨੈਂਟਸ ਆਫ ਕ੍ਰੇਨ ਰਨਵੇ ਸਿਸਟਮ। ਸੋ ਅੱਜ ਆਪਾਂ ਜਿਹੜਾ ਮੂਵ ਕਰਾਂਗੇ ਲਾਸਟ ਟਾਈਮ ਜੋ ਕੀਤਾ ਸੀ ਉੱਥੇ ਹੀ ਫਾਰਵਰਡ ਕਰਾਂਗੇ। ਦੈਟ ਆਪਣੇ ਕੋਲੋਂ ਸੇ ਦੋ ਆਪਣੇ ਗੈਂਟਰੀ ਗਰਡਰਸ ਨੇ, ਰਾਈਟ। ਗੈਂਟਰੀ ਗਰਡਰਸ ਕਿਹਦੇ ਉੱਤੇ ਖੜੇ ਨੇ, ਕਾਲਮਸ ਦੇ ਉੱਤੇ। so these are the 4 columns, 1 2 so this is third column and last this is fourth column। ਸੋ ਇਹ ਸਾਡੇ 4 ਕਾਲਮਸ ਨੇ। ਇਹਨਾਂ 4 ਕਾਲਮਸ ਤੋਂ ਬਾਅਦ ਇੱਕ ਸਾਡੇ ਕੋਲੋਂ ਕ੍ਰੇਨ ਹੈ ਜਿਹੜੀ ਇਹਦੇ ਉੱਤੇ ਚੱਲੇਗੀ। ਸੋ ਦਿਸ ਇਜ਼ ਆਰ ਸੇ ਕ੍ਰੇਨ, ਜਾਂ ਜਿਹਨੂੰ ਅਸੀਂ ਟਰਸ ਬ੍ਰਿਜ ਵੀ ਬੋਲਦੇ ਹਾਂ। ਇੱਕ ਕ੍ਰੇਨ ਇਹਦੇ ਪੈਰਲਲੀ ਦੂਜੀ ਕ੍ਰੇਨ। ਸੋ ਇਹ ਆਪਣੇ ਕੋਲ ਹੋ ਗਈਆਂ 2 ਕ੍ਰੇਨਸ। 2 ਕ੍ਰੇਨਸ ਤੋਂ ਉੱਪਰ ਇੱਕ ਕ੍ਰੈਬ ਹੈ ਜਿਹਦੇ ਥੱਲੇ ਇੱਕ ਹੁੱਕ ਲੱਗੀ ਹੋਈ ਆ, ਰਾਈਟ। ਨਾਓ ਹੁਣ ਇਹਦੇ ਵਿੱਚ ਕਿਹੜੇ ਕਿਹੜੇ ਤਰੀਕੇ ਦੇ ਲੋਡ ਸੀ। these are the 4 wheels, these are the 4 wheels 1 2 3 4, ਠੀਕ ਹੈ ਜੀ। ਹੁਣ ਇਹਦੇ ਅਲੋਂਗ ਜਿਹੜੇ ਆ ਆਪਣੇ ਕੋਲੋਂ ਲੋਡ ਟਰਾਂਸਫਰ ਹੋਣਗੇ these loads, ਠੀਕ ਹੈ ਜੀ। these loads are called drag loads, ਜਿਹੜੇ ਕਿ along ਦੀ ਗੈਂਟਰੀ ਗਰਡਰ ਹੁੰਦੇ ਨੇ। ਦੂਸਰੇ ਤਰੀਕੇ ਦੇ ਲੋਡ ਕ੍ਰੈਬ ਦੇ ਚੱਲਣ ਦੇ ਕਰਕੇ ਹੁੰਦੇ ਨੇ। ਸੋ ਮੈਂ ਬਲੂ ਕਲਰ ਦੇ ਨਾਲ ਮਾਰਕ ਕਰ ਦਿੰਦਾ, these are the 4 wheels of crab, ਬਲੂ ਕਲਰ ਦੇ 4 wheels ਨੇ ਕ੍ਰੈਬ ਦੇ ਉੱਤੇ, ਜਿਹਦੇ ਕਰਕੇ ਜਦੋਂ ਇਹ ਮੂਵ ਕਰਨਗੇ ਉਹਦੇ ਨਾਲ ਸਾਡੇ ਕੋਲੋਂ ਲੋਡ ਕਿਹੋ ਜਿਹਾ ਡਿਵੈਲਪ ਹੋਏਗਾ, ਸਰਜ ਲੋਡ, ਜਿਹੜਾ ਕਿ ਪਰਪੈਂਡੀਕੂਲਰ ਟੂ ਜਾਂ ਲੇਟਰਲ ਟੂ ਡਰੈਗ ਲੋਡ ਹੋਏਗਾ। these loads are called surge loads, ਰਾਈਟ। ਸੋ ਤੀਸਰੇ ਤਰੀਕੇ ਦੇ ਲੋਡ ਸਾਡੇ ਕਿਹੜੇ ਹੁੰਦੇ ਨੇ, ਜਿਹੜੇ ਜਨਰਲੀ ਹਰੇਕ ਸਟਰਕਚਰ ਦੇ ਉੱਤੇ ਲੱਗਦੇ ਨੇ, these are called vertical loads। ਸੋ ਇਹ 3 ਤਰੀਕੇ ਦੇ ਲੋਡਸ ਅਸੀਂ ਲਾਸਟ ਟਾਈਮ ਪੜ੍ਹੇ ਸੀ। ਵਾਈਟ ਕਲਰ ਦੀ ਜਿਹੜੀ ਲਾਈਨ ਇਸ ਟਾਈਮ ਇਹ ਸ਼ੋ ਕਰ ਰਹੀ ਹੈ, ਦਿਸ ਸ਼ੋਜ਼ ਅ ਗੈਂਟਰੀ ਗਰਡਰ, ਗੈਂਟਰੀ ਗਰਡਰ। ਸੋ ਹੁਣ ਆਪਾਂ ਜਿੱਥੇ ਵੀ ਯੂਜ਼ ਕਰਾਂਗੇ, ਮੈਂ ਗੈਂਟਰੀ ਗਰਡਰ ਦੀ ਥਾਂ ਦੇ ਉੱਤੇ ਜੀ ਲਿਖੂੰਗਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਗੈਂਟਰੀ ਗਰਡਰ ਹੈ। ਸੋ ਦਿਸ ਇਜ਼ this distance between 2 columns is span of gantry girder, ਤੇ ਇੱਧਰ ਵਾਲੇ 2 ਕਾਲਮਸ ਦੇ ਵਿਚਲੇ ਡਿਸਟੈਂਸ ਨੂੰ ਅਸੀਂ ਕੀ ਬੋਲਾਂਗੇ, ਵਿਲ ਸੇ ਇਟ ਐਜ਼ span of crane। L ਦੇ ਪੈਰ ਵਿੱਚ C ਲੈਂਥ ਆਫ ਕ੍ਰੇਨ,
एक अपने को सिंपल एल असी यूज़ करांगे, दैट इज स्पैन ऑफ गैंट्री गर्डर। ठीक है जी। सो ਆਪਾਂ ਜਿਹੜਾ ਸਪੈਨ ਯੂਜ਼ ਕਰਨਾ, ਆਪਾਂ ਗੈਂਟਰੀ ਗਟਰ ਦਾ ਸਪੈਨ ਯੂਜ਼ ਕਰਾਂਗੇ ਕਿਸੇ ਇੱਕ ਪੁਆਇੰਟ ਦੇ ਉੱਤੇ, ਬਾਕੀ ਸਾਰੀਆਂ ਕਿਸੇ ਇੱਕ ਪੁਆਇੰਟ ਦੇ ਉੱਤੇ ਆਪਾਂ ਸਪੈਨ ਆਫ ਕ੍ਰੇਨ ਯੂਜ਼ ਕਰਾਂਗੇ, ਬਾਕੀ ਸਾਰੀ ਥਾਵਾਂ ਦੇ ਉੱਤੇ ਆਪਾਂ ਜਿਹੜਾ ਸਪੈਨ ਯੂਜ਼ ਕਰਨਾ ਉਹ ਗੈਂਟਰੀ ਗਟਰ ਦਾ ਯੂਜ਼ ਕਰਨਾ। ਓਕੇ, ਇਹ ਚੀਜ਼ਾਂ ਬਾਅਦ ਵਿੱਚੋਂ। ਹੁਣ ਨੈਕਸਟ ਸਾਡਾ ਪੁਆਇੰਟ ਧਿਆਨ ਦੇਣ ਵਾਲਾ ਇਹ ਆ ਕਿ ਸਰਜ ਲੋਡ ਤੇ ਡਰੈਗ ਲੋਡਸ ਜਿਹੜੇ ਨੇ ਉਹ ਦਰਅਸਲ ਉਹ ਲੋਡਸ ਨਹੀਂ ਹੈਗੇ ਜਿਹੜੇ ਸਿੱਧੇ ਪੈਂਦੇ ਨੇ ਜਾਂ ਫਿਰ ਚਲੋ ਟਾਇਰਾਂ ਦੇ ਮੂਵ ਕਰਨ ਦੇ ਨਾਲ ਪੈਂਦੇ ਨੇ, ਇਹਨਾਂ ਨੂੰ ਅਸੀਂ ਸੈਕੰਡਰੀ ਲੋਡਸ ਕੰਸੀਡਰ ਕਰ ਸਕਦੇ ਹਾਂ। ਸੈਕੰਡਰੀ ਲੋਡਸ ਮਤਲਬ ਜਿਹੜੇ ਕਿ ਡਾਇਰੈਕਟ ਅਸਰ ਨਹੀਂ ਪਾ ਰਹੇ, ਉਹ ਕਿਸੇ ਰੀਜ਼ਨ ਦੇ ਕਰਕੇ ਅਸਰ ਪਾ ਰਿਹਾ। ਕਿਸੇ ਦੀ ਉਹ ਰੀਜ਼ਨ ਕੀ ਹੋ ਸਕਦਾ ਕਿ ਜਿਵੇਂ ਸਡਨ ਟਾਇਰ ਦੇ ਚੱਲਣ ਜਾਂ ਬੰਦ ਹੋਣ ਦੇ ਕਰਕੇ ਉਹ ਲੋਡ ਪੈਂਦਾ ਪਿਆ, ਜਿਵੇਂ ਵਰਟੀਕਲ ਲੋਡ ਆ ਕਿ ਕ੍ਰੇਨ ਉੱਪਰ ਪਈ ਹੋਈ ਹੈ, ਇਸ ਕਰਕੇ ਉਹਦਾ ਡਾਇਰੈਕਟ ਲੋਡ ਥੱਲੇ ਆ ਰਿਹਾ। ਸੋ ਬੇਸਿਕਲੀ ਜਿਹੜੇ ਤੁਹਾਡੇ ਕੋਲ ਸਰਜ ਲੋਡ ਜਾਂ ਫਿਰ ਡਰੈਗ ਲੋਡਸ ਜਾਂ ਫਿਰ ਵਰਟੀਕਲ ਲੋਡਸ, ਇਹਨਾਂ ਸਾਰਿਆਂ ਦੇ ਉੱਤੇ, ਇਹਨਾਂ ਸਾਰੇ ਹਰ ਤਰੀਕੇ ਦੇ ਲੋਡ ਦੇ ਉੱਤੇ ਇੱਕ ਅਸਰ ਪਊਗਾ। ਦੈਟ ਅਸਰ ਇਜ਼ ਡਿਊ ਟੂ ਕੋਈ ਚੀਜ਼ ਚੱਲਦੀ ਜਦੋਂ ਆ, ਮਤਲਬ ਜਦੋਂ ਕਦੀ ਕਰੈਬ ਚੱਲੇਗਾ ਜਾਂ ਜਦੋਂ ਕਦੀ ਕ੍ਰੇਨ ਚੱਲੇਗੀ, ਤਾਂ ਉਦੋਂ ਜਦੋਂ ਇਹ ਚੱਲੇਗਾ ਤਾਂ ਉਹਦੇ ਕਰਕੇ ਕੁਝ ਲੋਡਸ, ਐਕਸਟਰਾ ਲੋਡਸ ਡਿਵੈਲਪ ਹੋਣਗੇ। ਉਹਨਾਂ ਐਕਸਟਰਾ ਲੋਡਸ ਨੂੰ ਅਸੀਂ ਕਹਿੰਦੇ ਆ ਇੰਪੈਕਟ ਲੋਡਸ। ਜਦੋਂ ਕੋਈ ਚੀਜ਼ ਸਡਨ ਚੱਲਦੀ ਆ ਜਾਂ ਸਡਨ ਸਟਾਪ ਹੁੰਦੀ ਆ ਤਾਂ ਉਹਦੇ ਕਰਕੇ ਵਰਟੀਕਲ ਲੋਡਸ ਵੀ ਕੁਝ ਅਮਾਊਂਟ ਦੇ ਇਨਕਰੀਜ਼ ਹੋਣਗੇ, ਗੈਂਟਰੀ ਗਰਡਰ ਦੇ ਉੱਤੇ ਸਰਜ ਲੋਡ ਵੀ ਕੁਝ % ਇਨਕਰੀਜ਼ ਹੋਏਗਾ ਤੇ ਡਰੈਗ ਲੋਡਸ ਵੀ ਕੁਝ % ਇਨਕਰੀਜ਼ ਹੋਏਗਾ। ਤਾਂ ਉਹਨਾਂ ਲੋਡਸ ਦਾ ਇਨਕਰੀਜ਼ ਕਦੋਂ ਹੁੰਦਾ ਆ? ਜਦੋਂ ਸਡਨ ਇੰਪੈਕਟ ਹੁੰਦਾ ਆ। ਠੀਕ ਹੈ ਜੀ। ਹੁਣ ਗੱਲ ਆ ਗਈ ਕਿ ਕਦੋਂ ਅਸੀਂ ਇਹ ਇੰਪੈਕਟ ਲੋਡ ਜਿਹੜੇ ਆ ਕੰਸੀਡਰ ਕਰਾਂਗੇ, ਤੇ ਅਸੀਂ ਹਰੇਕ ਵਰਟੀਕਲ ਲੋਡ ਵਿੱਚ ਵੀ, ਸਰਜ ਲੋਡ ਵਿੱਚ ਵੀ ਤੇ ਡਰੈਗ ਲੋਡ ਵਿੱਚ ਵੀ, ਤਿੰਨੋਂ ਲੋਡਸ ਦੇ ਵਿੱਚ ਅਸੀਂ ਇੰਪੈਕਟ ਅਲਾਊਂਸ ਲਵਾਂਗੇ। ਇੰਪੈਕਟ ਲੋਡ ਦੀ ਥਾਂ ਦੇ ਉੱਤੇ ਅਸੀਂ ਇੱਕ ਟਰਮ ਯੂਜ਼ ਕਰਦੇ ਹਾਂ ਨਾ, ਇੰਪੈਕਟ ਅਲਾਊਂਸ। ਅਲਾਊਂਸ ਦਾ ਮਤਲਬ ਹੁੰਦਾ ਕੁਝ ਹਿੱਸਾ ਰੱਖ ਲੈਣਾ। ਠੀਕ ਆ। ਸੋ ਵਰਟੀਕਲ ਲੋਡ ਤਾਂ ਜਿੰਨਾ ਲੱਗਦਾ ਹੀ ਆ, ਪਰ ਉਸ ਵਰਟੀਕਲ ਲੋਡ ਦੇ ਸਡਨ ਮੂਵ ਕਰਨ ਦੇ ਕਰਕੇ ਜਦੋਂ ਕੋਈ ਇੰਪੈਕਟ ਫੋਰਸ ਜਨਰੇਟ ਹੁੰਦੀ ਆ, ਉਦੋਂ ਅਸੀਂ ਇੰਪੈਕਟ ਅਲਾਊਂਸ ਲੈਂਦੇ ਆ ਜਾਂ ਕੁਝ % ਆਫ ਐਕਸਟਰਾ ਲੋਡ ਲੈ ਲੈਂਦੇ ਆ, ਜਿਹਨੂੰ ਅਸੀਂ ਬੋਲਦੇ ਆ। ਸੋ ਉਹ ਜਿਹੜਾ ਕੁਝ % ਆਫ ਐਕਸਟਰਾ ਲੋਡ ਆ, ਉਹ IS ਕੋਡ ਨੇ ਸਾਨੂੰ IS 875 ਪਾਰਟ 2 1987 ਦੇ ਵਿੱਚ ਇਹਦਾ ਸਾਨੂੰ ਕੰਡੀਸ਼ਨਸ ਦਿੱਤੀਆਂ ਹੋਈਆਂ ਨੇ ਕਿ ਕਿਸ ਤਰੀਕੇ ਦੇ ਲੋਡ ਦੇ ਕਰਕੇ ਅਸੀਂ ਕਿੰਨੇ % ਦਾ ਇੰਪੈਕਟ ਦਾ ਅਲਾਊਂਸ ਲਵਾਂਗੇ ਜਾਂ ਕਿੰਨਾ % ਇੰਪੈਕਟ ਅਲਾਊਂਸ ਲਵਾਂਗੇ। ਸੋ ਲੈਟਸ ਰਾਈਟ ਡਾਊਨ ਕਿ ਕਿਸ ਤਰੀਕੇ ਦੇ ਲੋਡ ਦੇ ਨਾਲ ਅਸੀਂ ਲਵਾਂਗੇ। ਪਹਿਲਾ ਹੋ ਗਿਆ ਸੀਰੀਅਲ ਨੰਬਰ, ਦੂਸਰਾ ਕਿਸ ਟਾਈਪ ਦੇ ਦਾ ਲੋਡ ਆ, ਮਤਲਬ ਸਰਜ ਲੋਡ ਹੈ ਜਾਂ ਫਿਰ ਉਹ ਸਾਡਾ ਡਰੈਗ ਲੋਡ ਹੈ ਜਾਂ ਫਿਰ ਉਹ ਸਾਡਾ ਵਰਟੀਕਲ ਲੋਡ ਹੈ, ਵਰਟੀਕਲ ਸਰਜ ਜਾਂ ਡਰੈਗ ਲੋਡ। ਸੋ ਐਡੀਸ਼ਨਲ ਲੋਡ ਜਿਹੜਾ ਕਿ ਇੰਪੈਕਟ ਅਲਾਊਂਸ ਹੋਏਗਾ। ਠੀਕ ਹੈ। ਸੋ ਦਿਸ ਇਜ਼ ਆਲ ਅਬਾਊਟ the type of load. Now ਸਭ ਤੋਂ ਪਹਿਲੇ ਤਰੀਕੇ ਦਾ ਲੋਡ ਮੈਂ ਉਸੇ ਫਾਰਮ ਦੇ ਵਿੱਚ ਗੱਲ ਕਰੂੰਗਾ ਜਿਸ ਫਾਰਮ ਦੇ ਵਿੱਚ IS ਕੋਡ ਦੇ ਵਿੱਚ ਲਿਖਿਆ। ਸਭ ਤੋਂ ਪਹਿਲਾਂ ਲਿਖਿਆ vertical loads transferred to rails। ਰੇਲਸ ਦੇ ਉੱਤੇ ਜਿਹੜਾ ਵਰਟੀਕਲ ਲੋਡ ਜਾਂ ਬੇਸਿਕਲੀ ਰੇਲਸ ਦੀ ਥਾਂ ਤੇ ਆਪਾਂ ਗੈਂਟਰੀ ਗਟਰ ਵੀ ਕਹਿ ਸਕਦੇ ਹਾਂ, ਕਿਉਂਕਿ ਰੇਲ ਦੇ ਥੱਲੇ ਗੈਂਟਰੀ ਗਟਰ ਹੀ ਆ। ਸੋ ਦੋ ਤਰੀਕੇ ਦੇ ਹੋਣਗੇ। one cranes are called EOT cranes, electrically operated, ਤੇ ਦੂਸਰੇ ਤਰੀਕੇ ਦੀਆਂ HOT hand operated cranes, ਜਿਹਨੂੰ MOT cranes ਕਹਿੰਦੇ ਆ, hand operated cranes। ਸੋ EOT cranes ਦੇ ਲਈ ਐਡੀਸ਼ਨਲ ਲੋਡ ਅਸੀਂ ਕਿੰਨਾ ਲਵਾਂਗੇ? 25% ਆਫ ਮੈਕਸਿਮਮ ਸਟੈਟਿਕ ਵੀਲ ਲੋਡ। ਵਾਟ ਇਜ਼ ਮੈਕਸਿਮਮ ਸਟੈਟਿਕ ਵੀਲ ਲੋਡ? ਇਹ ਆਪਾਂ ਜਦੋਂ ਅੱਗੇ ਚੱਲਾਂਗੇ ਉਦੋਂ ਪੜਾਂਗੇ। ਔਰ ਹੈਂਡ ਆਪਰੇਟਡ ਕ੍ਰੇਨਸ ਦੇ ਲਈ ਇਹੀ ਇੰਪੈਕਟ ਅਲਾਊਂਸ ਕਿੰਨਾ ਹੋ ਜਾਂਦਾ? 10% ਆਫ ਮੈਕਸਿਮਮ ਸਟੈਟਿਕ ਵੀਲ ਲੋਡ। ਸੋ ਦਿਸ ਇਜ਼ ਫਸਟ ਪੁਆਇੰਟ। ਦੂਸਰਾ ਵਰਟੀਕਲ ਲੋਡਸ ਹੋ ਗਏ। ਦੂਸਰੇ ਤਰੀਕੇ ਦੇ ਅਸੀਂ ਲੋਡਸ ਕੀ ਪੜ੍ਹੇ ਨੇ। ਹੁਣ ਇੱਥੇ ਦੇਖਿਓ ਕੋਡ ਦੇ ਵਿੱਚ ਕਿਸ ਫਾਰਮ ਦੇ ਵਿੱਚ ਲਿਖਿਆ ਹੋਇਆ ਉਹਦਾ ਨਾਮ। ਉਹਦੇ 'ਚ ਲਿਖਿਆ ਹੌਰੀਜ਼ੋਨਟਲ ਫੋਰਸਿਸ ਜਾਂ ਹੌਰੀਜ਼ੋਨਟਲ ਲੋਡ ਟਰਾਂਸਵਰਸ ਟੂ ਰੇਲਸ। ਟਰਾਂਸਵਰਸ
टू रेल्स गैंट्री गर्डर ते रेल एक दूसरे दे गैंट्री गर्डर दे उपर ही रेल आ ठीक आ सो सेम गल ही आ चाहे रेल लिख दें चाहे गैंट्री गर्डर हुण आ मेरे कोलों मेरा गैंट्री गर्डर सी गैंट्री गर्डर दे ट्रांसवर्स फोर्स जिहड़ी लगदी आ ओनू असीं किहड़े लोड्स बोलदे सी आपां हुणी टर्म उपर पढ़ी आ दैट लोड्स आर कॉल्ड सर्च लोड जिहड़े थल्ले नूं आ दैट आर कॉल्ड वर्टिकल लोड अपने वर्टिकल लोड तां हो गए सो आपां हुण किहदी गल कर रहे हां इस टाइम इन्हां ने सर्ज लोड दी गल कीती आ सो फॉर सर्ज लोड सेम अगे दो क्लासिफिकेशंस ने फॉर ईओटी क्रेन्स और फॉर हैंड ऑपरेटेड क्रेन्स सो ईओटी क्रेन्स ਦੇ ਲਈ ਉਹਨਾਂ ਨੇ ਹੌਰੀਜ਼ੌਂਟਲ ਫੋਰਸ ਦਾ ਇੰਪੈਕਟ ਅਲਾਉਂਸ ਕਿੰਨਾ ਰੱਖਿਆ 10% ਤੇ ਐਚਓਟੀ ਲਈ 5% ਕਿਹਦਾ 10% ਆਫ weight of crab ਜਿੰਨਾ crab ਦਾ ਆਪਣਾ weight ਆ plus weight lifted by crane crane ਜਿੰਨਾ weight ਚੱਕ ਸਕਦੀ ਹੈ ਜਿਹਨੂੰ ਅਸੀਂ ਕੱਲ ਇੱਕ ਟਰਮ ਯੂਜ਼ ਕੀਤੀ ਸੀ crane capacity ਜਿੰਨੀ ਹੁੱਕ ਦੇ ਉੱਤੇ ਲਮਕਾਇਆ ਜਾ ਸਕਦਾ ਸੋ ਸੇਮ 5% ਆਫ weight of crab plus weight lifted by crane ਸੋ ਵਰਟੀਕਲ ਲੋਡਸ ਹੋ ਗਏ ਹੌਰੀਜ਼ੌਂਟਲ ਫੋਰਸਿਸ ਹੋ ਗਏ ਤੀਸਰਾ ਹੁਣ ਉਹਨਾਂ ਨੇ ਕੀ ਲਿਖਿਆ ਆਈਐਸ ਕੋਡ ਦੇ ਵਿੱਚ ਮੈਂਸ਼ਨਡ ਹੈ ਹੌਰੀਜ਼ੌਂਟਲ ਫੋਰਸਿਸ ਟਰਾਂਸਵਰਸ ਟੂ ਰੇਲ ਦੀ ਥਾਂ ਦੇ ਉੱਤੇ ਹੁਣ ਲਿਖਤਾ ਅਲੋਂਗ ਦੀ ਰੇਲਸ ਹੁਣ ਰੇਲਸ ਦੇ ਅਲੋਂਗ ਕਿਹੜਾ ਲੋਡ ਮੂਵ ਕਰਦਾ ਇੱਧਰ ਦੇਖੋ ਇੱਧਰ ਵਾਲੇ ਪਾਸੇ ਅਲੋਂਗ ਦੀ ਰੇਲਸ ਜਿਹੜਾ ਲੋਡ ਮੂਵ ਕਰਦਾ ਦੈਟ ਲੋਡ ਇਜ਼ ਕਾਲਡ ਡਰੈਗ ਲੋਡ ਔਰ ਲੌਂਗੀਟਿਊਡਨਲ ਲੋਡ ਸੋ ਦੋਵੇਂ ਤਰੀਕੇ ਦੇ ਹੌਰੀਜ਼ੌਂਟਲ ਨੇ ਸਰਜ ਵੀ ਹੌਰੀਜ਼ੌਂਟਲ ਆ ਤੇ ਡਰੈਗ ਵੀ ਹੌਰੀਜ਼ੌਂਟਲ ਆ ਬਟ ਇੱਕ ਟਰਾਂਸਵਰਸ ਟੂ ਰੇਲਸ ਆ ਇੱਕ ਅਲੋਂਗ ਦੀ ਰੇਲਸ ਆ ਮਤਲਬ ਇੱਕ ਰੇਲ ਦੀ ਲੈਂਥ ਦੇ ਅਲੋਂਗ ਚੱਲਦਾ ਪਿਆ ਇੱਕ ਉਹਦੇ ਤੋਂ 90 ਡਿਗਰੀ ਤੇ ਚੱਲ ਰਿਹਾ ਸੋ ਹੌਰੀਜ਼ੌਂਟਲ ਫੋਰਸਸ ਅਲੋਂਗ ਦੀ ਰੇਲ ਮਤਲਬ ਡਰੈਗ ਲੋਡ ਲਈ ਇੰਪੈਕਟ ਅਲਾਉਂਸ ਕਿੰਨਾ 5% ਆਫ ਸਟੈਟਿਕ ਵੀਲ ਲੋਡ ਜਿੰਨਾ ਵੀ ਸਾਡਾ ਮੈਕਸਿਮਮ ਸਟੈਟਿਕ ਵੀਲ ਲੋਡ ਹੋਏਗਾ ਉਹਦਾ 5% ਇਹਦੇ ਲਈ ਕੋਈ ਅਲੱਗ ਕਲਾਸੀਫਿਕੇਸ਼ਨ ਨਹੀਂ ਹੈਗੀ ਕਿ ਉਹ ਈਓਟੀ ਕ੍ਰੇਨ ਆ ਜਾਂ ਐਚਓਟੀ ਕ੍ਰੇਨ ਆ ਸੋ ਉਹਦੇ ਲਈ ਸੇਮ ਆ ਸੋ ਇਹ ਯਾਦ ਰੱਖਣਾ ਇਹ ਸਭ ਤੋਂ ਇੰਪੋਰਟੈਂਟ ਸਾਡੇ ਕੋਲੋਂ ਹੈ ਟੌਪਿਕ ਜਿਹਦੇ ਨਾਲ ਅਸੀਂ ਸਾਰੇ ਲੋਡਸ ਕੈਲਕੂਲੇਟ ਕਰਾਂਗੇ ਸਭ ਤੋਂ ਇੰਪੋਰਟੈਂਟ ਸੋ ਦਿਸ ਇਜ਼ ਇੰਪੈਕਟ ਅਲਾਉਂਸ ਕਿ ਕਿੰਨਾ ਜਿਹੜਾ ਸਾਡਾ ਇੰਪੈਕਟ ਆ ਉਹ ਪਏਗਾ ਨਾਓ ਇਸ ਤੋਂ ਬਾਅਦ ਸਾਡੇ ਕੋਲੋਂ ਆਈਐਸ 800 2007 ਦੇ ਵਿੱਚ ਇਨ ਇੰਡੀਅਨ ਸਟੈਂਡਰਡ 800 2007 ਜਿਹੜਾ ਤੁਹਾਡਾ ਸਟੀਲ ਦਾ ਕੋਡ ਆ ਜਿਹੜਾ ਤੁਸੀਂ ਪੇਪਰ ਦੇ ਵਿੱਚ ਲੈ ਕੇ ਜਾ ਸਕਦੇ ਹੋ ਉਹਦੇ ਵਿੱਚ ਸਾਨੂੰ ਡਿਫਲੈਕਸ਼ਨ ਦੀਆਂ ਲਿਮਿਟਸ ਦਿੱਤੀਆਂ ਹੋਈਆਂ ਕਿ ਕੋਈ ਚੀਜ਼ ਕਿੰਨੀ ਡਿਫਲੈਕਟ ਕਰ ਸਕਦੀ ਆ ਸੇ ਆ ਮੇਰਾ ਗੈਂਟਰੀ ਕੱਢ ਰਿਹਾ ਤਾਂ ਆਹ ਵਾਲੀ ਜਿਹੜੀ ਆ ਡਿਫਲੈਕਸ਼ਨ ਹੈ ਇੱਧਰ ਕਾਲਮ ਸੀਗੇ ਆਪਣੇ ਹਨਾ ਸੋ ਕਿੰਨੀ ਡਿਫਲੈਕਸ਼ਨ ਕਰ ਸਕਦੇ ਜਿਵੇਂ ਸਪੈਨ ਬਾਈ 375 ਜਾਂ ਸਪੈਨ ਬਾਈ 500 ਜਾਂ ਸਪੈਨ ਬਾਈ 750 ਜਾਂ ਸਪੈਨ ਬਾਈ 1000 ਇਹ ਸਾਰੀਆਂ ਅਲੱਗ-ਅਲੱਗ ਵੈਲਿਊਜ਼ ਨੇ ਡਿਫਲੈਕਸ਼ਨ ਲਿਮਿਟਸ ਕਹਿੰਦੇ ਆ ਠੀਕ ਆ ਸੋ ਆਪਾਂ ਨੂੰ ਉਹ ਵੀ ਖਿਆਲ ਰੱਖਣਾ ਪੈਣਾ ਜਦੋਂ ਅਸੀਂ ਆਈਐਸ ਕੋਡ ਦੇ ਵਿੱਚ ਦੇਖਾਂਗੇ ਉਹ ਜਦੋਂ ਅਸੀਂ ਕੁਐਸਚਨ ਕਰਾਂਗੇ ਤਾਂ ਉਦੋਂ ਸਾਨੂੰ ਇਹ ਸਾਰੀਆਂ ਚੀਜ਼ਾਂ ਪਤਾ ਲੱਗਣਗੀਆਂ ਠੀਕ ਆ ਸੋ these are the ਪ੍ਰੀ-ਰਿਕੁਇਜ਼ਿਟਸ ਜੋ ਤੁਹਾਨੂੰ ਚਾਹੀਦੇ ਨੇ ਜਦੋਂ ਤੁਸੀਂ DSS2 ਸ਼ੁਰੂ ਕਰਨੀ ਆ ਗੈਂਟਰੀ ਗਟਰ ਦਾ ਕੁਐਸਚਨ ਸ਼ੁਰੂ ਕਰਨਾ ਤਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨਾਓ ਇਸ ਤੋਂ ਅਗਲਾ ਆਪਣਾ ਜਿਹੜਾ ਹੁਣ ਹੈ ਕਿ ਗੈਂਟਰੀ ਗਟਰ ਦੇ ਡਿਜ਼ਾਈਨ ਸਟੈਪਸ ਕੀ ਨੇ design steps of gantry girder ਸੋ ਇਹਦੇ ਲਈ ਮੈਂ ਬਹੁਤ ਸਿੰਗਲ ਲਾਈਨ ਦੇ ਵਿੱਚ ਸਟੈਪਸ ਨੂੰ ਇੱਥੇ ਮੈਂਸ਼ਨ ਕਰੂੰਗਾ ਫੁੱਲ ਐਕਸਪਲੇਨੇਸ਼ਨ ਨਹੀਂ ਦਊਂਗਾ ਉਹ ਆਪਾਂ ਫੁੱਲ ਐਕਸਪਲੇਨੇਸ਼ਨ ਜਦੋਂ ਅਸੀਂ ਕੁਐਸਚਨ ਕਰਾਂਗੇ ਉਦੋਂ ਯੂਜ਼ ਕਰਾਂਗੇ ਸੋ ਦ ਵੈਰੀ ਫਸਟ ਇਜ਼ ਆਪਾਂ ਕੈਲਕੂਲੇਟ ਕਰਨਾ ਹੈ ਮੈਕਸਿਮਮ static wheel load is determined so maximum static wheel load ਕੀ ਹੁੰਦਾ ਸਭ ਤੋਂ ਪਹਿਲਾਂ
ਅਸੀਂ ਇਹ ਦੇਖਾਂਗੇ, ਸਾਨੂੰ ਪਤਾ ਕਿ ਸਾਡਾ ਜਿਹੜਾ ਗੈਂਟਰੀ ਗਰਡਰ ਦੇ ਉੱਤੇ ਕ੍ਰੇਨ ਨੇ ਵੀ ਮੂਵ ਕਰਨਾ ਤੇ ਸਾਡੇ ਉਹਦੇ ਤੇ ਕ੍ਰੈਬ ਨੇ ਵੀ ਮੂਵ ਕਰਨਾ। ਸੋ ਅਸੀਂ ਹੁਣ ਉਹ ਪੋਜੀਸ਼ਨ ਲੱਭਾਂਗੇ ਗੈਂਟਰੀ ਗਰਡਰ ਦੇ ਉੱਤੇ ਕ੍ਰੇਨ ਦੀ ਤੇ ਕ੍ਰੈਬ ਦੀ, ਉਹ ਪੋਜੀਸ਼ਨ ਫਾਈਂਡ ਆਊਟ ਕਰਾਂਗੇ ਜਿੱਥੇ ਸਾਡੀ ਕ੍ਰੈਬ ਜਦੋਂ ਖੜੇ ਜਾਂ ਕ੍ਰੇਨ ਜਦੋਂ ਖੜੇ ਸਾਡੇ ਗੈਂਟਰੀ ਗਰਡਰ ਦੇ ਉੱਤੇ ਸਭ ਤੋਂ ਜ਼ਿਆਦਾ ਭਾਰ ਆਵੇ। ਉਸ ਤੋਂ ਜ਼ਿਆਦਾ ਭਾਰ ਜਿੱਦਾਂ ਮਰਜੀ ਕ੍ਰੇਨ ਚੱਲੇ, ਜਿੱਦਾਂ ਮਰਜੀ ਕ੍ਰੈਬ ਚੱਲੇ, ਉਸ ਤੋਂ ਵੱਧ ਭਾਰ ਸਾਡੇ ਗੈਂਟਰੀ ਗਰਡਰ ਦੇ ਉੱਤੇ ਨਾ ਆਵੇ। ਉਹਨੂੰ ਅਸੀਂ ਬੋਲਦੇ ਹਾਂ ਮੈਕਸਿਮਮ ਸਟੈਟਿਕ ਵੀਲ ਲੋਡ। ਕਿ ਜਦੋਂ ਕ੍ਰੇਨ ਇਹੋ ਜੀ ਕਿਹੜੀ ਪੋਜੀਸ਼ਨ ਦੇ ਉੱਤੇ ਖੜੇ ਹੋਊਗੀ ਜਦੋਂ ਉਹਨੇ ਸਭ ਤੋਂ ਜ਼ਿਆਦਾ ਭਾਰ ਪਾਣਾ ਹੈ। ਜਦੋਂ ਖੜੀ ਹੋਊਗੀ ਤੇ ਉਹ ਗੈਂਟਰੀ ਗਰਡਰ ਉੱਤੇ ਸਭ ਤੋਂ ਜ਼ਿਆਦਾ ਭਾਰ ਪਾਊਗੀ। ਸਭ ਤੋਂ ਪਹਿਲਾਂ ਅਸੀਂ ਉਹ ਪੋਜੀਸ਼ਨ ਦੇਖਾਂਗੇ, ਰਾਈਟ। ਦੂਸਰੀ ਚੀਜ਼, ਉਸ ਤੋਂ ਬਾਅਦ ਫਿਰ ਅਸੀਂ ਉਹਦੇ ਵਿੱਚ ਚੱਲਣ ਦੇ ਕਰਕੇ ਜਿਹੜਾ ਇੰਪੈਕਟ ਲੋਡ ਆਂਦਾ ਉਹ ਤਾਂ ਅਸੀਂ ਐਡ ਕਰ ਹੀ ਦੇਣਾ ਇੰਪੈਕਟ ਅਲਾਊਂਸ ਦੇ ਨਾਲ। ਸੋ ਦਿਸ ਇਜ਼ ਮਾਈ ਸਟੈਪ ਨੰਬਰ 1। ਹੁਣ ਉਸ ਤੋਂ ਬਾਅਦ ਸਾਨੂੰ ਪਤਾ ਅਸੀਂ DCS ਵੀ ਕੀਤੀ ਆ, DSS ਵੀ ਕੀਤੀ ਆ। ਜਦੋਂ ਅਸੀਂ ਲੋਡ ਫਾਈਂਡ ਆਊਟ ਕਰਦੇ ਹਾਂ ਉਸ ਤੋਂ ਬਾਅਦ ਸਾਡੇ ਲਈ ਅਗਲਾ ਸਟੈਪ ਕੀ ਹੁੰਦਾ ਆ, ਚਾਹੇ ਉਹ DCS ਹੋਵੇ ਚਾਹੇ ਉਹ DSS ਹੋਵੇ, ਮੈਕਸਿਮਮ ਲੋਡ ਤੋਂ ਬਾਅਦ ਅਸੀਂ ਕੈਲਕੂਲੇਟ ਕਰਦੇ ਹੁੰਦੇ ਹਾਂ ਬੈਂਡਿੰਗ ਮੂਵਮੈਂਟ। maximum bending moment is determined. Next step number 3, third step अपने को की है maximum shear force। ਆਪਾਂ फाइंड आउट करांगे। सो बेंडिंग मूवमेंट ते shear force फाइंड आउट करांगे क्योंकि इना बेंडिंग मूवमेंट ते इसे shear force ਦੇ ਲਈ ਅਸੀਂ ਆਪਣਾ ਗੈਂਟਰੀ ਗਰਡਰ ਨੂੰ डिजाइन करांगे। ਉਸ ਤੋਂ ਬਾਅਦ ਅਸੀਂ ਹੁਣ ਇਹ ਸਾਰੇ ਦੇ ਸਾਰੇ ਜਿਹੜੇ ਮੈਕਸਿਮਮ ਸਟੈਟਿਕ ਵੀਲ ਲੋਡ, ਬੈਂਡਿੰਗ ਮੂਵਮੈਂਟ ਐਂਡ ਸ਼ੀਅਰ ਫੋਰਸ ਕੱਢੀਆਂ, ਇਹ ਕਿਹਦੇ ਕਰਕੇ ਕੱਢੀਆਂ ਨੇ? ਵਰਟੀਕਲ ਲੋਡ ਕਰਕੇ। ਹੁਣ ਅਸੀਂ ਇਹ ਸਾਰੀਆਂ ਚੀਜ਼ਾਂ ਕਿਹਦੇ ਕਰਕੇ ਕੱਢ ਲੈਣੀਆਂ? ਲੇਟਰਲ ਫੋਰਸਿਸ ਕਰਕੇ। ਸੋ ਲੇਟਰਲ ਫੋਰਸਿਸ ਔਨ ਗਰਡਰ ਐਂਡ ਉਹਦੇ ਕਰਕੇ ਹੀ ਬੈਂਡਿੰਗ ਮੂਵਮੈਂਟ ਐਂਡ ਸ਼ੀਅਰ ਫੋਰਸ, ਇਹ ਤਿੰਨੋਂ ਚੀਜ਼ਾਂ ਆਪਾਂ ਕੈਲਕੂਲੇਟ ਕਰਾਂਗੇ। ਸਟੈਪ ਨੰਬਰ 5 ਅਸੀਂ ਫਿਰ ਦੇਖਾਂਗੇ ਰਿਕੁਆਇਰਡ ਸੈਕਸ਼ਨ ਮੋਡੂਲਸ। ਰਿਕੁਆਇਰਡ ਅਸੀਂ ਜਿਹੜਾ ਜਿਹਦੇ ਅਕੋਰਡਿੰਗਲੀ ਅਸੀਂ ਆਪਣਾ ਗੈਂਟਰੀ ਗਰਡਰ ਦਾ ਸੈਕਸ਼ਨ ਚੂਜ਼ ਕਰਨਾ। ਰਿਕੁਆਇਰਡ ਪਲਾਸਟਿਕ ਸੈਕਸ਼ਨ ਮੋਡੂਲਸ is to be calculated। ਨੈਕਸਟ ਉਸ ਤੋਂ ਬਾਅਦ ਅਸੀਂ ਇਹਦੀਆਂ ਪਲਾਸਟਿਕ ਐਂਡ ਇਲਾਸਟਿਕ ਸੈਕਸ਼ਨ ਪ੍ਰੋਪਰਟੀਜ਼ ਫਾਈਂਡ ਆਊਟ ਕਰਾਂਗੇ, ਜਾਂ ਜਿਹਨੂੰ ਮੈਂ ਸੈਕਸ਼ਨ ਮੋਡੂਲਸ ਕਹਿ ਦੂੰਗਾ ਜਦੋਂ ਅਸੀਂ ਸੈਕਸ਼ਨ ਚੂਜ਼ ਕਰ ਲਿਆ। ਨੈਕਸਟ ਸਟੈਪ ਸਾਡਾ ਹੈ ਅਸੀਂ ਫਿਰ ਚੈੱਕ ਲਗਾਵਾਂਗੇ ਕਿ ਸੈਕਸ਼ਨ ਕਿਹੋ ਜਿਹਾ। ਇਹਨੂੰ ਅਸੀਂ ਕਵਾਂਗੇ ਕਲਾਸੀਫਿਕੇਸ਼ਨ ਆਫ ਸੈਕਸ਼ਨ, ਕਿ ਸੈਕਸ਼ਨ ਸਾਡਾ ਪਲਾਸਟਿਕ ਹੈ, ਸੈਕਸ਼ਨ ਸਾਡਾ ਕੰਪੈਕਟ ਹੈ, ਜਾਂ ਜਿਹਨੂੰ ਅਸੀਂ ਸੈਮੀ ਕੰਪੈਕਟ ਐਂਡ ਕੰਪੈਕਟ ਜਾਂ ਪਲਾਸਟਿਕ, ਇਹ ਤਿੰਨ ਚੀਜ਼ਾਂ ਦੇ ਵਿੱਚੋਂ ਕਿਹੜੇ ਤਰੀਕੇ ਦਾ ਸਾਡਾ ਸੈਕਸ਼ਨ ਆ। ਨੈਕਸਟ ਹੈ ਉਸ ਤੋਂ ਬਾਅਦ ਇਹਦੇ ਚੈੱਕਸ ਆ ਜਾਣਗੇ। ਕਿਹੜੇ ਕਿਹੜੇ ਚੈੱਕ? ਸਭ ਤੋਂ ਪਹਿਲਾਂ ਅਸੀਂ ਬੈਂਡਿੰਗ ਮੂਵਮੈਂਟ ਉਹਦੇ ਤੇ ਲੱਗ ਰਹੀ ਹੈ, ਸੋ ਅਸੀਂ ਮੂਵਮੈਂਟ ਦਾ ਚੈੱਕ ਲਾਵਾਂਗੇ, ਚੈੱਕ ਫॉर ਮੂਵਮੈਂਟ ਕਪੈਸਿਟੀ। ਉਸ ਤੋਂ ਬਾਅਦ ਚੈੱਕ ਫॉर ਬਕਲਿੰਗ ਰੈਜ਼ਿਸਟੈਂਸ। ਸਟੈਪ ਨੰਬਰ 9 ਦੇ ਵਿੱਚ ਚੈੱਕ ਫॉर ਬਕਲਿੰਗ ਰੈਜ਼ਿਸਟੈਂਸ। ਇਹ ਦੋਵੇਂ ਮੂਵਮੈਂਟ ਦੇ ਚੈੱਕ ਹੋ ਗਏ। ਉਸ ਤੋਂ ਬਾਅਦ ਅਸੀਂ ਕੀ ਕਰਨਾ? ਸ਼ੀਅਰ ਦਾ ਚੈੱਕ ਲਗਾਉਣਾ। ਉਸ ਤੋਂ ਬਾਅਦ ਅਸੀਂ ਕੀ ਕਰਨਾ? ਵੈਬ ਬਕਲਿੰਗ ਦਾ ਚੈੱਕ ਲਗਾਵਾਂਗੇ। ਉਸ ਤੋਂ ਬਾਅਦ ਬੀਅਰਿੰਗ ਦਾ ਚੈੱਕ ਲਗਾਉਣਾ ਹੈ, ਚੈੱਕ ਫॉर ਬੀਅਰਿੰਗ। ਇਹ ਸਾਰੇ ਦੇ ਸਾਰੇ ਆਪਣੇ ਚੈੱਕਸ ਲੱਗਣਗੇ। ਸੋ ਇਹ ਸਾਰੇ ਦੇ ਸਾਰੇ IS 800 2007 ਦੇ ਵਿੱਚੋਂ ਯੂਜ਼ ਕਰਾਂਗੇ। ਫਿਰ ਅਸੀਂ ਡਿਫਲੈਕਸ਼ਨ ਦਾ ਚੈੱਕ ਲਾਣਾ, ਚੈੱਕ ਫॉर ਡਿਫਲੈਕਸ਼ਨ। ਐਂਡ ਲਾਸਟ ਇਜ਼ ਫਟੀਗ ਸਟਰੈਂਥ ਚੈੱਕ ਕਰਨੀ ਆ। ਵਾਟ ਇਜ਼ ਫਟੀਗ ਸਟਰੈਂਥ? ਉਹ ਅਸੀਂ ਸਾਰਾ ਦਾ ਸਾਰਾ ਕੁਝ ਅੱਗੇ ਦੇਖਾਂਗੇ। ਸੋ ਦਿਸ ਇਜ਼ ਸਟੈਪ ਨੰਬਰ 9, ਸਟੈਪ ਨੰਬਰ 10,
step number 11, step number 12, step number 13, and step number 14. This is so these are the checks and the steps to be followed for the design of gantry girder. Gantry girder ਦੇ design ਲਈ ਜਿਹੜੇ ਆਪਾਂ steps follow ਕਰਨੇ ਆ ਸੋ ਉਹ ਆ ਨੇ। ਨੈਕਸਟ ਵੀਡੀਓ ਦੇ ਵਿੱਚ ਆਪਾਂ ਹੁਣ ਕੱਲਾ ਕੁਐਸਚਨ ਇੱਕ ਆਪਾਂ ਨੂਮੈਰੀਕਲ ਪ੍ਰੋਬਲਮ ਲੈ ਲਵਾਂਗੇ ਤੇ ਉਹਦੇ ਅਕੋਰਡਿੰਗਲੀ ਅਸੀਂ ਆਪਣਾ ਪੂਰਾ ਦਾ ਪੂਰਾ ਕੁਐਸਚਨ ਨੂੰ ਡਿਜ਼ਾਈਨ ਕਰਾਂਗੇ। ਠੀਕ ਹੈ ਜੀ, ਕੱਲੀ ਚੀਜ਼ ਸਟੈਪ ਬਾਈ ਸਟੈਪ ਚੱਲੇਗੀ। ਸੋ ਪਹਿਲਾਂ ਜੇ ਵੀਡੀਓ ਨਹੀਂ ਦੇਖੀ ਪਿਛਲੀ ਵੀਡੀਓ ਦੇਖ ਕੇ ਹੀ ਅਗਲੀ ਵੀਡੀਓ ਦੀ ਭੂਮਿਕਾ ਬੰਨੀ ਜਾਣੀ ਹੈ, ਇਸ ਕਰਕੇ ਇਹ ਨਾ ਹੋਵੇ ਕਿ ਵੀਡੀਓ ਵਿੱਚੋਂ ਕੋਈ ਮਿਸ ਕਰ ਦਿਓ, ਨਾਲ ਦੀ ਨਾਲ ਦੇਖੀ ਚੱਲਿਓ। ਥੈਂਕ ਯੂ।